ਦਰਸ਼ਕੋ, ਜਿਸ ਤਰ੍ਹਾਂ ਸਮੇਂ ਦੇ ਨਾਲ ਬਿਮਾਰੀਆਂ ਨੇ ਆਪਣੇ ਬਹੁਤ ਰੂਪ ਬਦਲੇ, ਉਸੇ ਤਰ੍ਹਾਂ ਸਮੇਂ ਦੇ ਨਾਲ ਇਨਸਾਨ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਅਲੱਗ-ਅਲੱਗ ਇਲਾਜ ਦੀਆਂ ਪੱਧਤੀਆਂ ਦਾ ਵੀ ਵਿਕਾਸ ਕੀਤਾ, ਜਿਸ ਤਰ੍ਹਾਂ ਐਲੋਪੈਥੀ, ਹੋਮਿਓਪੈਥੀ, ਆਯੁਰਵੇਦਾ, ਨੈਚੁਰੋਪੈਥੀ, ਫਿਜ਼ੀਓਥੈਰੇਪੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੈਥੀਆਂ ਦੇ ਵਿੱਚੋਂ ਕੁਝ ਜਿਹੜੇ ਪੈਥੀਆਂ ਦੇ ਮਾਹਿਰ ਅਸੀਂ ਅੱਜ ਆਪਣੇ ਸਟੂਡੀਓ ਵਿੱਚ ਬੁਲਾਏ ਹਨ। ਅਸੀਂ ਸਵਾਗਤ ਕਰਦੇ ਹਾਂ ਜੀ ਡਾਕਟਰ ਵਰੁਣ ਵਾਸਲ ਜੀ ਦਾ, जो फिजियोथेरेपिस्ट के एक्सपर्ट ने, और डॉक्टर अमित शर्मा जी जो न्यूरोथेरेपिस्ट ने। सत श्री अकाल, स्वागत है डॉक्टर साहब थोड़ा दोनों का। अच्छा डॉक्टर साहब, जिस तरह अज का साडा टॉपिक भी है भी फिजियोथेरेपी और न्यूरोथेरेपी है कि, और इस दे नाल किहड़े-किहड़े असीं इलाज कर सकते हैं। पहला मैं डॉक्टर साहब तुहानूं पुछना चाहांगा भी बहुत सारियां इलाज दीयां पद्धतियां जिस दे विच असीं जदों भी किसी नूं कोई मुश्किल हुंदी है ते वो दवाई खा लैंदा। बिल्कुल। ते फिजियोथेरेपी एक्चुअली की है, किहड़ी किस तरह असीं इहदे नाल इलाज करदे हां? देखो, फिजियोथेरेपी एक है कि मकैनिकल प्रॉब्लम जो किसी को आती है, मान लो किसी को बैक पेन आ गई तो वो डिस्क की प्रॉब्लम लोग समझ लेंगे हैं, तो वो कई बार कि ना वो इन्नी सवीयर होंगी है कि उन्होंने सर्जरी की लोड़ पवे, तो ना ही इन्नी नॉर्मल होंगी है कि उन्होंने अपना पेन किलर खा के रिलीफ मिल जाए। अच्छा। तो एक ही फिजियोथेरेपी है, दो तरीके ना चलती है, एक इलैक्ट्रोथेरेपी, एक एक्सरसाइज थेरेपी, प्लस पेशेंट की एजुकेशन। जे असी मकैनिकल नूं असी जे डिस्क्राइब करिए भी ਜਿਹੜੀ ऐसी बीमारी ਜਿਹੜੀ ਸਰੀਰ ਦੇ ਨਾਲ ਜਿਹਦਾ ਆਪਾਂ ਕਾਜ਼ ਟ੍ਰੀਟ ਕਰਨਾ ਹੈ। ਹਾਂ, ਵੀ ਜੇ ਕੋਈ ਹੱਡੀਆਂ ਦੀ ਜਾਂ ਮਸਲ ਦੀ ਕੋਈ ਆਪਾਂ ਪ੍ਰੋਬਲਮ ਦਾ ਕਾਜ਼ ਟ੍ਰੀਟ ਕਰਨਾ। ਅੱਛਾ, ਤੁਸੀਂ ਕਾਜ਼ ਟ੍ਰੀਟ ਕਰਦੇ ਹੋ ਤਾਂ ਉਹਦੇ ਨਾਲ ਬੇਸਿਕਲੀ ਕਾਜ਼ ਟ੍ਰੀਟ ਕਰਨਾ, ਔਰ ਜਦੋਂ ਕਾਜ਼ ਟ੍ਰੀਟ ਹੋ ਜਾਂਦਾ ਤਾਂ ਪੇਸ਼ੈਂਟ ਦੀ ਪ੍ਰੋਬਲਮ ਦਵਾਈ ਖਾਣ ਦੀ ਜ਼ਰੂਰਤ ਪੈਂਦੀ ਬਹੁਤ ਘੱਟ, ਪਰ ਅਸੀਂ ਐਕਸਰਸਾਈਜ਼ ਦੇ ਪੁਆਇੰਟ ਆਫ ਵਿਊ ਨਾਲ ਹੀ ਔਰ ਉਹਦੀ ਜੋ ਮਕੈਨੀਕਲ ਡਿਸਕੰਫਰਟ ਹੈ ਉਹਨੂੰ ਟ੍ਰੀਟ ਕਰਕੇ ਉਹਨੂੰ ਆਪਾਂ ਸੋਲਵ ਕਰ ਲਈਦਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਡਾਕਟਰ ਅਮਿਤ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਵੀ ਇਹ ਜਿਹੜੀ ਨਿਊਰੋਥੈਰੇਪੀ ਹੈ ਇਹਦੇ ਵਿੱਚ ਕੀ ਸਿਧਾਂਤ ਹੈ, ਕਿਸ ਤਰ੍ਹਾਂ ਮਰੀਜ਼ ਨੂੰ ਠੀਕ ਕਰਦੀ ਔਰ ਹੈ ਕੀ ਹੈ? ਪਹਿਲੇ ਤਾਂ ਇਹ ਵੱਡੀ ਗੱਲ ਹੈ ਕਿ ਵੀ ਜਿਹੜੀ ਨਿਊਰੋਥੈਰੇਪੀ ਹੈ ਭਾਰਤੀ ਪੱਧਤੀ ਹੈ ਜੀ। ਅੱਛਾ ਜੀ। ਇਹਦੇ ਜਿਹੜੇ ਜਨਮਦਾਤਾ ਨੇ ਡਾਕਟਰ ਲਾਜਪਤ ਰਾਏ ਮਹਿਰਾ ਨੇ ਜੀ। ਅੱਛਾ। ਇਹ ਜਿਹੜੀ ਨਿਊਰੋਥੈਰੇਪੀ ਹੈ ਬਲੱਡ ਬੇਸਡ ਥੈਰੇਪੀ ਹੈ ਜੀ। ਇਹ ਬਲੱਡ ਦੇ ਰਿਲੇਟਡ ਕੰਮ ਕਰਦੀ ਹੈ। ਇਹ ਕੁਝ ਪ੍ਰੈਸ਼ਰ ਪੁਆਇੰਟਸ ਹੁੰਦੇ ਨੇ ਸਾਡੀ ਲੱਤਾਂ ਦੇ ਉੱਤੇ, ਬਾਹਾਂ ਦੇ ਉੱਤੇ, ਕੁਝ ਬੈਕ ਦੇ ਉੱਤੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਪਾਰਟਿਕੂਲਰ ਸਮੇਂ ਲਈ ਪ੍ਰੈਸ ਕਰਦੇ ਹਾਂ ਜੀ। ਤੇ ਜਿਹੜੀ ਵੀ ਪ੍ਰੋਬਲਮ ਹੈ ਜੋ ਵੀ ਹੈ ਉਹਨੂੰ ਅਸੀਂ ਉਹਦਾ ਟ੍ਰੀਟਮੈਂਟ ਕਰਦੇ ਹਾਂ। ਅਸੀਂ ਨਿਊਰੋਥੈਰੇਪੀ ਦੇ ਵਿੱਚ ਕਿਹੜੀਆਂ ਬਿਮਾਰੀਆਂ ਜਿਹਨੂੰ ਅਸੀਂ ਠੀਕ ਕਰ ਸਕਦੇ ਹਾਂ? ਨਿਊਰੋਥੈਰੇਪੀ ਦੇ ਵਿੱਚ ਜਿਹੜੇ ਸਫਲ ਇਲਾਜ ਨੇ ਸਾਡੇ, ਉਹਦੇ ਵਿੱਚ ਸਰਵਾਈਕਲ ਹੈ ਜੀ। ਅੱਛਾ। ਜਿਹਨੂੰ ਅਸੀਂ ਨੱਕ ਦੀ ਦਰਦ ਕਹਿੰਦੇ ਹਾਂ, ਗਰਦਨ ਦਾ ਦਰਦ, ਕਮਰ ਦੀ ਦਰਦ ਹੈ, ਗੋਡਿਆਂ ਦਾ ਦਰਦ ਹੈ ਜੀ। ਪੈਰਾਲਾਈਸਿਸ ਪੇਸ਼ੈਂਟ ਨੇ ਸਾਡੇ ਕੋਲ ਜੀ। ਰਿਟਾਰਡੇਸ਼ਨ ਬੱਚੇ ਆਉਂਦੇ ਨੇ, ਸੀਪੀ ਬੱਚੇ ਨੇ ਸਾਡੇ ਕੋਲ, ਜਿਨ੍ਹਾਂ ਦਾ ਅਸੀਂ ਸਫਲ ਇਲਾਜ ਕਰਦੇ ਹਾਂ। ਇਹ ਤਕਰੀਬਨ ਫਿਜ਼ੀਓਥੈਰੇਪੀ 'ਚ ਵੀ ਇਹੋ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ। ਫਿਜ਼ੀਓਥੈਰੇਪੀ ਬੇਸਿਕਲੀ ਮਸਕੂਲੋਸਕੈਲਟਲ ਪ੍ਰੋਬਲਮ ਨਾਲ ਜ਼ਿਆਦਾ ਡੀਲ ਕਰਦੀ ਹੈ ਜੀ, ਤੇ ਇਹਦੀ ਅੱਗੇ ਬ੍ਰਾਂਚਿਸ ਹੈ ਜਿੱਦਾਂ ਨਿਊਰੋ ਵਿੱਚ ਵੀ ਆ ਜਾਂਦੀ ਹੈ, ਕਾਰਡੀਓ ਵੀ ਆ ਜਾਂਦੀ ਹੈ। ਅੱਜ ਕੱਲ੍ਹ ਸਪੋਰਟਸ ਦੇ ਵਿੱਚ ਸਪੋਰਟਸ ਇੰਜਰੀਜ਼ ਹੋ ਰਹੀ ਹੈ, ਉਹਦੇ ਵਿੱਚ ਫਿਜ਼ੀਓਥੈਰੇਪੀ ਦਾ ਬਹੁਤ ਰੋਲ ਹੈ। ਅੱਛਾ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ, ਜੇ ਸਪੋਜ਼ ਕਰੋ ਜੋ ਅੱਜ ਕੱਲ੍ਹ ਜੋ ਜਿਸ ਤਰ੍ਹਾਂ ਦਾ ਵਾਤਾਵਰਨ ਹੈ ਜਾਂ ਜਿੱਦਾਂ ਰਹਿਣਾ ਬਹਿਣਾ ਹੈ, ਆਮ ਤੌਰ 'ਤੇ ਲੋਕ ਜ਼ਿਆਦਾ ਸਿਟਿੰਗ ਕੰਮ ਕਰਦੇ ਨੇ, ਜਿਹਦੇ ਨਾਲ ਆਮ ਤੌਰ 'ਤੇ ਗਰਦਨ, ਲੱਕ ਜਾਂ ਕੁਝ ਇਹੋ ਜਿਹੀ ਪਰੇਸ਼ਾਨੀਆਂ ਹੁੰਦੀਆਂ। ਤੁਸੀਂ ਆਪਣੀ ਪ੍ਰੈਕਟਿਸ 'ਚ ਕਿਹੜੀ ਬਿਮਾਰੀ ਨੂੰ ਦੇਖ ਰਹੇ ਹੋ ਵੀ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਉਹ ਹੋ ਰਹੀ ਹੈ? ਜ਼ਿਆਦਾ ਹੋ ਰਹੀ ਹੈ ਕਮਰ ਦਰਦ ਜ਼ਿਆਦਾ ਹੋ ਰਹੀ ਹੈ। ਇਹ ਹਰ ਵਰਗ ਦੇ ਲੋਕਾਂ ਨੂੰ ਹੀ ਹੋ ਰਹੀ ਹੈ, ਚਾਹੇ ਤੁਸੀਂ ਲੈ ਲਓ ਯੰਗ ਏਜ ਲੈ ਲਓ, ਚਾਹੇ ਤੁਸੀਂ 올ਡ ਏਜ ਲੈ ਲਓ, ਚਾਹੇ ਮਿਡਲ ਏਜ ਲੈ ਲਓ, ਕਿਉਂਕਿ ਅੱਜ ਕੱਲ੍ਹ ਸਿਟਿੰਗ ਜ਼ਿਆਦਾ ਹੈ ਔਰ ਲੋਕਾਂ ਦੀ ਕਈ ਇੱਦਾਂ ਦੇ ਕੰਮ ਆ ਗਏ ਅੱਜ ਕੱਲ੍ਹ, ਜਿੱਦਾਂ ਹੁਣ ਵਰਕ ਫਰੋਮ ਹੋਮ ਹੋ ਗਿਆ ਕਰੋਨਾ ਦੀ ਵਜ੍ਹਾ ਨਾਲ, ਤੇ ਉਹ ਸਾਰੇ ਹੁਣ ਘਰ ਬਹਿ ਕੇ ਕੰਮ ਕਰ ਰਹੇ ਹੈ। ਜਿੰਨੀ ਸਿਟਿੰਗ ਹੈ ਉਹ 'ਚ ਜ਼ਿਆਦਾ ਸਾਡੀ ਪ੍ਰੋਬਲਮ ਜਿਹੜੀ ਹੈ ਬੈਕ ਦੀ ਉਹ ਵੱਧਦੀ ਜਾ ਰਹੀ ਹੈ। ਤੇ ਬੈਕ ਪ੍ਰੋਬਲਮ ਦੇ ਵਿੱਚ ਇੱਕ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਜਿਸ ਤਰ੍ਹਾਂ ਕਿਸੇ ਦੀ ਸਲਿਪ ਡਿਸਕ ਹੋ ਗਈ ਹੈ, ਆਮ ਜਿਹਦੇ ਕਿਸੇ ਨੂੰ ਲੱਕ ਦਰਦ ਹੁੰਦੀ ਕਹਿੰਦਾ ਸਲਿਪ ਡਿਸਕ। ਬਿਲਕੁਲ, ਇਹ ਸਹੀ ਗੱਲ ਹੁੰਦੀ ਹੈ ਕਿ ਬਸ ਇਹ ਲੋਕਾਂ ਦਾ ਜ਼ਿਆਦਾ? ਇਹ ਲੋਕਾਂ ਦਾ ਐਕਚੁਅਲੀ ਸਲਿਪ ਡਿਸਕ ਇੱਕ ਉਹਨਾਂ ਨੇ ਬਣਾ ਲਿਆ ਕਿ ਜਿਹਨੂੰ ਵੀ ਬੈਕ ਪੇਨ ਹੋਏਗੀ ਉਹ ਇਹੀ ਸਮਝੇਗਾ ਮੈਨੂੰ ਸਲਿਪ ਡਿਸਕ ਹੈ ਜੀ। ਔਰ ਇਹਦਾ ਕੀ ਹੈ, ਸਾਡੀ ਸਪਾਈਨ ਦੇ ਅੰਦਰ ਇਸ ਤਰ੍ਹਾਂ ਦੀ ਕਾਫੀ ਚੀਜ਼ਾਂ ਹੈ। ਮੰਨ ਲਓ ਕਿਸੇ ਨੂੰ ਮਸਲ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਜੀ, ਕਿਸੇ ਦਾ ਜ਼ਿਆਦਾ ਲਿਗਾਮੈਂਟ ਟੀਅਰ ਵੀ ਹੋ ਸਕਦਾ ਜੀ, ਇਸ ਤਰ੍ਹਾਂ ਦੀ ਇੰਜਰੀਜ਼ ਦੇ ਰਿਲੇਟਡ ਵੀ ਹੋ ਸਕਦੀ ਹੈ। ਹਰ ਬੈਕ ਪੇਨ ਸਲਿਪ ਡਿਸਕ ਨਹੀਂ ਹੁੰਦੀ। ਠੀਕ ਹੈ। ਅੱਛਾ ਦਰਸ਼ਕੋ, ਦੇਖੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਦੱਸੀ ਹੈ ਵੀ ਹਰ ਜਿਹੜਾ ਲੱਕ ਦਰਦ ਹੈ ਉਹ ਸਲਿਪ ਡਿਸਕ ਦਾ ਕਾਰਨ ਨਹੀਂ ਹੋ ਸਕਦਾ। ਤੋ ਇਸ ਲਈ ਸਭ ਤੋਂ ਬਿਹਤਰ ਇਹ ਹੈ ਜੇ ਤੁਹਾਨੂੰ ਕੋਈ ਤਕਲੀਫ ਹੈ ਤੇ ਤੁਸੀਂ ਨੇੜੇ ਦੇ ਜਿਹੜੇ ਵੀ ਡਾਕਟਰ ਤੁਹਾਨੂੰ ਅਵੇਲੇਬਲ ਨੇ, ਔਰ ਖਾਸ ਤੌਰ ਤੇ ਜਿਹਦੇ 'ਚ ਦਵਾਈਆਂ ਦੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ ਫਿਜ਼ੀਓਥੈਰੇਪੀ ਦੇ ਵਿੱਚ, ਤੁਸੀਂ ਕਿਸੇ ਫਿਜ਼ੀਓਥੈਰੇਪਿਸਟ ਨੂੰ ਵੀ ਜਾ ਕੇ ਦਿਖਾ ਸਕਦੇ ਹੋ ਜਿਹਦੇ 'ਚ ਕੋਈ ਦਰਦ ਨਾਲ ਰਿਲੇਟਡ ਪ੍ਰੋਬਲਮ ਹੈ। ਅੱਛਾ ਡਾਕਟਰ ਅਮਿਤ, ਮੈਂ ਜੇ ਤੁਹਾਨੂੰ ਇਸੇ ਚੀਜ਼ ਨਾਲ ਰਿਲੇਟਡ ਗੱਲ ਕਰਾਂ ਵੀ ਜਿਸ ਤਰ੍ਹਾਂ ਲੱਕ ਦਰਦ ਹੈ ਕਿਸੇ ਦਾ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਤੁਸੀਂ ਕਿਸ ਤਰ੍ਹਾਂ ਇਹਦਾ ਇਲਾਜ ਕਰਦੇ ਹੋ ਜੇ ਕਿਸੇ ਦਾ ਲੱਕ ਦਰਦ ਹੋ?
ਕਮਰ ਦਰਦ ਦੇ ਵੀ ਕਈ ਕਾਰਨ ਹੁੰਦੇ ਨੇ, ਜਿੱਦਾਂ ਸਲੀਪ ਡਿਸਕ ਕੀ ਕਹਿੰਦਾ ਤੁਸੀਂ, ਉਹਦੇ ਚ ਕੰਪਰੈਸ਼ਨ ਆ ਜਾਂਦਾ ਹੈ, L4-5 ਦਾ S1 ਦਾ ਕੰਪਰੈਸ਼ਨ ਵੀ ਹੁੰਦਾ ਵਾ ਕਈਆਂ ਨੂੰ ਡਿਊ ਟੂ ਕਾਜ਼ ਆਫ ਜਰਕ ਨਾ ਜਿੱਦਾਂ ਲੱਗ ਜਾਂਦੀ ਉਹਨਾਂ ਨੂੰ। ਫਿਰ ਉਹਨੂੰ ਅਸੀਂ ਉਹੀ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਸਾਡੀ ਥੈਰੇਪੀ ਹੈ ਉਹਦੇ ਵਿੱਚ ਅਸੀਂ ਪਾਰਟੀਕੂਲਰ ਪੁਆਇੰਟਸ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਸੈਕਿੰਡਸ ਲਈ ਪ੍ਰੈਸ ਕਰਦੇ ਹਾਂ। ਨੀਅਰ ਅਬਾਊਟ ਸਾਡਾ 15 ਤੋਂ 20 ਮਿੰਟ ਦਾ ਇੱਕ ਸੈਟਅਪ ਹੁੰਦਾ ਜੋ ਟ੍ਰੀਟਮੈਂਟ ਅਸੀਂ ਦਿੰਦੇ ਹਾਂ। ਠੀਕ ਹੈ। ਵਿਦਿਨ ਅ ਡੇਜ਼ ਦੇ ਵਿੱਚ ਪੇਸ਼ੈਂਟ ਨੂੰ ਫਰਕ ਪੈ ਜਾਂਦਾ ਔਰ ਇਹਦੇ ਵਿੱਚ ਵੀ ਅਸੀਂ ਕੋਈ ਮੈਡੀਸਨ ਨਹੀਂ ਦਿੰਦੇ ਉਹਨਾਂ ਨੂੰ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਹੈ ਵੀ L3 L4 L5 ਬੇਸਿਕਲੀ ਸਾਡੇ ਲੱਕ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਹੁੰਦੇ ਨੇ, ਉਹਨਾਂ ਦੀ ਗਿਣਤੀ, ਉਹਨਾਂ ਦੀ ਪਾਰਟਿਕੂਲਰ ਪੋਜੀਸ਼ਨ ਹੁੰਦੀ ਹੈ। ਤੇ ਸੋ ਅੱਛਾ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਪ੍ਰੈਸ਼ਰ ਪੁਆਇੰਟ ਦਾ ਮਤਲਬ ਤੁਸੀਂ ਕਿਸ ਤਰ੍ਹਾਂ ਕੰਸੀਡਰ ਕਰਦੇ ਹੋ ਵੀ ਲੱਕ ਦੇ ਉਹ ਮਣਕਿਆਂ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੁਆਇੰਟ ਦਿੰਦੇ ਹੋ, ਕੀ ਕਰਦੇ ਹੋ? ਉਹਦੇ ਤੇ ਤਾਂ ਅਸੀਂ ਕੋਈ ਇਦਾਂ ਦਾ ਨਹੀਂ ਪ੍ਰੈਸ਼ਰ ਪਾਉਂਦੇ। ਪਾਰਟਿਕੂਲਰ ਸਾਡੇ ਨਾ ਆਮ ਮਤਲਬ ਲੈਗਸ ਦੇ ਉੱਤੇ ਹੀ ਪੁਆਇੰਟਸ ਹੁੰਦੇ ਨੇ, ਕੁਝ ਆਰਮਸ ਉੱਤੇ ਪੁਆਇੰਟਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਾਰਟਿਕੂਲਰ ਪੁਆਇੰਟ ਨੂੰ ਪਾਰਟਿਕੂਲਰ ਸੈਕਿੰਡਸ ਲਈ ਪ੍ਰੈਸ ਕਰਨਾ ਹੁੰਦਾ। ਫੋਰ ਐਗਜ਼ਾਮਪਲ ਕਿਸ ਤਰ੍ਹਾਂ ਤੁਸੀਂ ਕੰਸੀਡਰ ਕਰਦੇ ਹੱਥ ਤੇ ਕਿਹੜੇ ਪੁਆਇੰਟ ਨਾਲ ਲੱਕ ਦਰਦ ਠੀਕ ਹੁੰਦੀ ਹੈ? ਸਰ ਇਦਾਂ ਨਹੀਂ, ਇੱਕ ਪੈਟਰਨ ਹੁੰਦਾ ਪੂਰਾ, ਉਹ ਇੱਕ 20 ਮਿੰਟ ਦਾ ਸੈਟਅਪ ਹੁੰਦਾ ਜੋ ਅਸੀਂ ਉਹ ਦਿੰਨੇ ਆ ਉਹਨਾਂ ਨੂੰ। ਠੀਕ ਹੈ। ਮਤਲਬ ਇਹ ਪਾਰਟਿਕੂਲਰ ਇਦਾਂ ਦਾ ਕੋਈ ਪੁਆਇੰਟ ਨਹੀਂ ਹੈ ਵੀ ਜਿੱਦਾਂ ਇੱਕ ਪੁਆਇੰਟ ਦੇ ਪੈਰ ਰੱਖ ਦਿੱਤਾ ਤੇ ਉਹ ਕਮਰ ਦਰਦ ਠੀਕ ਹੋ ਜਾਏਗੀ। ਉਹ ਹਰ ਮਰੀਜ਼ ਤੋਂ ਮਰੀਜ਼ ਇਹ ਵੇਰੀ ਵੀ ਕਰਦਾ। ਹਾਂ, ਹਰ ਮਰੀਜ਼ ਤੋਂ ਮਰੀਜ਼ ਵੇਰੀ ਵੀ ਕਰਦਾ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਫਿਜ਼ੀਓਥੈਰੇਪੀ ਦੇ ਵਿੱਚ ਜੇ ਕਿਸੇ ਨੂੰ ਇਸ ਤਰ੍ਹਾਂ ਲੱਕ ਦਰਦ ਹੁੰਦੀ ਹੈ, ਕੋਈ ਬਕਾਇਦਾ ਉਹਦੇ ਐਕਸ-ਰੇ ਕੁਝ ਜਾਂ ਸਮਥਿੰਗ ਕੁਝ ਕਰਵਾ ਕੇ ਜਾਂ ਉਸ ਮੁਤਾਬਿਕ ਇਲਾਜ ਕਰਦੇ ਹੋ? ਮੋਸਟਲੀ ਲੋਕ ਜਿਹੜੇ ਆ ਉਹ MRI ਕਰਵਾ ਕੇ ਆਉਂਦੇ ਆ। ਅੱਜ ਕੱਲ੍ਹ ਲੋਕ ਕਾਫੀ ਅਵੇਅਰ ਹੈ, ਉਹ MRI ਕਰਵਾ ਕੇ ਆਉਂਦੇ। ਤੇ ਕੀ ਆਪਣੇ ਆਪ MRI ਕਰਵਾਉਣੀ ਚਾਹੀਦੀ ਹੈ ਕਿਸੇ ਨੂੰ? ਜੇ ਮੇਰੀ ਲੱਕ ਦਰਦ ਹੁੰਦੀ ਹੈ ਤੇ ਮੈਂ ਜਾ ਕੇ ਪਹਿਲਾਂ MRI ਕਰਾਵਾਂ ਫਿਰ ਡਾਕਟਰ ਕੋਲ ਜਾਵਾਂ? MRI ਵਾਸਤੇ ਨਹੀਂ ਜਾਣਾ ਚਾਹੀਦਾ ਸਾਨੂੰ, ਪਹਿਲੇ ਉਹਦਾ ਪ੍ਰੋਪਰ ਡਾਇਗਨੋਸ ਹੋਣਾ ਚਾਹੀਦਾ, ਕਿਉਂਕਿ MRI ਸਾਨੂੰ ਉਹ ਪਿਕਚਰ ਦਿਖਾ ਰਹੀ ਹੈ ਕਿ ਹੋ ਸਕਦਾ ਉਹ ਚੀਜ਼ ਪਹਿਲੇ ਦੀ ਪਈ ਹੈ ਉੱਥੇ। ਠੀਕ ਹੈ। ਮੈਂ ਕਾਫੀ ਦੇਖਿਆ MRI ਜਿਹੜੀ ਹੁੰਦੀ ਹੈ ਉਹ ਡਿਸਕ ਜਿਹੜੀ ਹੈ ਨਾ ਉਹ ਡੀਜਨਰੇਟ ਹੁੰਦੀ ਹੈ, ਸੁੱਕੀ ਹੋਈ ਹੁੰਦੀ ਹੈ। ਅੱਛਾ। ਤੇ ਅੱਜ ਕੱਲ੍ਹ ਇਹ ਯੰਗ ਪੇਸ਼ੈਂਟਸ ਵੀ ਦਿਖਦੀ ਹੈ, ਉਹਨਾਂ ਨੂੰ ਲੱਗਦਾ ਹੈ ਕਿ MRI ਸਾਡੀ ਡਿਸਕ ਬਾਹਰ ਹੈ, ਉਹ ਡਿਸਕ ਦਾ ਇਲਾਜ ਸ਼ੁਰੂ ਕਰ ਦਿੰਦੇ ਆ, ਜਦਕਿ ਪ੍ਰੋਬਲਮ ਕੋਈ ਹੋਰ ਹੋ ਰਹੀ ਹੁੰਦੀ ਉਸ ਟਾਈਮ ਤੇ ਉਹ ਕ੍ਰੋਨਿਕ ਫੇਜ਼ 'ਚ ਪਹੁੰਚ ਚੁੱਕਾ ਹੁੰਦਾ ਹੈ, ਐਕਿਊਟ ਫੇਜ਼ ਖਤਮ ਹੋ ਚੁੱਕਾ ਹੁੰਦਾ ਹੈ। ਦਰਸ਼ਕੋ, ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਹੈ ਵੀ ਜੇ ਤੁਹਾਨੂੰ ਕੋਈ ਤਕਲੀਫ ਹੈ ਆਪਣੇ ਆਪ ਟੈਸਟ ਕੋਈ ਨਾ ਕਰਾਓ, ਕੋਈ ਵੀ ਨਾ ਟੈਸਟ ਕਰਾਓ, ਚਾਹੇ ਬਲੱਡ ਦਾ ਹੈ ਚਾਹੇ ਐਕਸ-ਰੇ, ਔਰ ਖਾਸ ਤੌਰ ਤੇ ਐਕਸ-ਰੇ ਔਰ MRI, ਕਿਉਂਕਿ ਇਹ ਕਿਰਨਾਂ ਹੁੰਦੀਆਂ ਔਰ ਕਿਤੇ ਨਾ ਕਿਤੇ ਲੇਟਰ ਔਰ ਸੂਨਰ ਇਹਦਾ ਸਾਡੇ ਸਰੀਰ ਉੱਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ। ਸੋ ਇਸ ਕਰਕੇ ਜਦੋਂ ਡਾਕਟਰ ਦੱਸਦੇ ਨੇ ਉਦੋਂ ਹੀ ਤੁਸੀਂ ਇਹ ਐਕਸ-ਰੇ ਜਾਂ ਟੈਸਟ ਕਰਵਾਉਣੇ ਹੈ। ਅੱਛਾ ਡਾਕਟਰ ਸਾਹਿਬ, ਇਸ ਚੀਜ਼ ਨੂੰ ਅਸੀਂ ਹੋਰ ਜੇ ਐਕਸਪੈਂਡ ਕਰੀਏ, ਤੁਸੀਂ ਕਿਹੜੇ ਜਿਸ ਤਰ੍ਹਾਂ ਕੋਈ ਡਾਇਥਰਮੀ ਹੈ ਜਾਂ ਕੋਈ ਤੁਸੀਂ ਡਾਕਟਰ ਜਾਂ ਕਿਸ ਅਲਟਰਾਸਾਊਂਡ, ਕਿਹੜੇ ਇਹਦੇ ਚ ਇਲਾਜ ਦੀਆਂ ਪद्धਤੀਆਂ ਨੇ, ਕਿਸ ਤਰ੍ਹਾਂ ਤੁਸੀਂ ਇਲਾਜ ਕਰਦੇ ਹੋ ਜੇ ਕੋਈ ਮਰੀਜ਼ ਤੁਹਾਡੇ ਕੋਲ ਆ ਗਿਆ? ਬੇਸਿਕਲੀ ਹਾਂ, ਤੇ ਇਲੈਕਟ੍ਰੋਥੈਰੇਪੀ ਚੱਲਦਾ ਸਾਡਾ ਤੁਹਾਡਾ ਜਿਹੜਾ ਮਸ਼ੀਨਾਂ ਵਾਲਾ ਕੰਮ ਹੈ। ਹੀਟ ਥੈਰੇਪੀ ਦੇ ਕੇ ਉਹ ਮਸਲ ਸੌਫਟ ਹੁੰਦਾ, ਉਸ ਤੋਂ ਬਾਅਦ ਅਸੀਂ ਐਕਸਰਸਾਈਜ਼ ਉਹਨਾਂ ਨੂੰ ਕਰਵਾਈ ਦੀ ਵੀ ਹੈ। ਜਿੱਦਾਂ ਮੈਂ ਤੁਹਾਡੇ ਪਹਿਲੇ ਕੁਐਸਚਨ ਤੇ ਆਨਾ ਕਿ ਫਿਜ਼ੀਓਥੈਰੇਪੀ ਨਿਊਰੋਥੈਰੇਪੀ ਕੀ ਫਰਕ ਹੈ, ਤੁਸੀਂ ਪਾਰਟਿਕੂਲਰ ਬੈਕ ਪੇਨ ਬਾਰੇ ਪੁੱਛਦੇ ਪਏ ਹੋ। ਅਸੀਂ ਉਸੇ ਜਗ੍ਹਾ ਤੇ ਜਿੱਥੇ ਬੈਕ ਦੇ ਪ੍ਰੋਬਲਮ ਆਈ ਹੈ L4 L5 L5 S1, ਉਸੇ ਜਗ੍ਹਾ ਤੇ ਅਸੀਂ ਮੂਵਮੈਂਟ ਕਰਵਾ ਕੇ ਉਹਦੀ ਜਗ੍ਹਾ ਬਣਾਈ ਜਾਂਦੀ ਹੈ। ਜੇ ਸੈਟਿਕਾ ਹੋ ਰਿਹਾ, ਤੁਸੀਂ ਸੈਟਿਕਾ ਦੇ ਸਾਹਮਣੇ ਸੁਣਿਆ ਹੋਣਾ, ਨਰਵ ਪ੍ਰੈਸ ਹੁੰਦੀ ਹੈ, ਜਦੋਂ ਨਰਵ ਪ੍ਰੈਸ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਜਗ੍ਹਾ ਬਣਾਉਣੀ ਪੈਂਦੀ ਹੈ, ਉਹ ਜਗ੍ਹਾ ਬਣੇਗੀ ਮੂਵਮੈਂਟ ਤੋਂ। ਠੀਕ ਹੈ। ਉਹ ਮੂਵਮੈਂਟ ਚਾਹੇ ਐਕਸਰਸਾਈਜ਼ ਨਾਲ ਹੋਵੇ ਚਾਹੇ ਸਰਜਰੀ ਨਾਲ ਹੋਵੇ। ਠੀਕ ਹੈ। ਆਪਾਂ ਐਕਸਰਸਾਈਜ਼ ਨਾਲ ਕਰਦੇ ਹਾਂ, ਜਿੱਦਾਂ ਨਿਊਰੋਥੈਰੇਪੀ ਨਾਲ ਡਾਕਟਰ ਅਮਿਤ ਨੇ ਦੱਸਿਆ, ਇਹ ਪ੍ਰੈਸ਼ਰ ਪੁਆਇੰਟਸ ਨਾਲ ਕਰਦੇ ਹਾਂ। ਸੋ ਦਰਸ਼ਕੋ, ਬੜੀ ਇੰਟਰਸਟਿੰਗ ਗੱਲ ਹੈ ਵੀ ਜੇ ਲੱਕ ਦਰਦ ਹੈ ਇਹਨਾਂ ਦੀ ਇਲਾਜ ਕਰਨ ਦੀ ਪद्धਤੀ ਹੋਰ ਹੈ ਔਰ ਡਾਕਟਰ ਸਾਹਿਬ ਦੀ ਹੋਰ ਹੈ। ਇੱਕ ਫੋਨ ਕਾਲ ਸਾਨੂੰ ਆ ਰਿਹਾ, ਪਹਿਲਾਂ ਅਸੀਂ ਇੱਕ ਫੋਨ ਕਾਲ ਲੈ ਲਈਏ। हेलो 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 हाँ नमस्कार सर, मैं नंद स्वरूप मिश्रा बाराबंकी। हाँ जी, नंद स्वरूप जी, ਤੁਹਾਡਾ बहुत स्वागत है जी। ਤੁਸੀਂ डॉक्टर साहब तो अपना सवाल पूछो जी। मैं जानना ये चाहता हूँ कि आपकी टाइम की स्टाइल बदल गई। लोग पहले भुइमा बैठ करके पलथी मार करके बैठते थे आराम से, अब वो स्टाइल बदल गई है, कुर्सी और जो है जमाना आ गया। तो ऐसी दशा में जब कभी ऐसी समस्या आती, लोग पलथी मार करके बैठते, तो कमर की दर्द और ये जो घुटनों की दर्द है इसमें दर्द ऑटोमेटिक पैदा हो जाता है, तो उस समय उन्हें क्या करना चाहिए? अच्छा डॉक्टर साहब, ਇਹ ਬੜਾ ਇੰਟਰਸਟਿੰਗ ਸਵਾਲ ਹੈ ਵੀ ਜਿਹੜਾ ਪਹਿਲੇ ਸਮੇਂ 'ਚ ਲੋਕੀ ਬੈਠਦੇ ਸੀ ਉਹਨਾਂ ਦਾ ਬੈਠਣਾ ਰਹਿਣਾ ਪੀਣਾ ਹੋਰ ਤਰ੍ਹਾਂ ਦਾ ਸੀਗਾ, ਉਹ ਥੱਲੇ ਚੌਂਕੜੀ ਮਾਰ ਕੇ ਬੈਠਦੇ ਸੀ, ਉਹ ਨਾ ਰੈਗੂਲਰ ਮੂਵਮੈਂਟ ਹੁੰਦੀ ਸੀ। ਅੱਜ ਕੱਲ੍ਹ ਉਹ ਰੈਗੂਲਰ ਮੂਵਮੈਂਟ ਖਤਮ ਹੋ ਗਈ ਹੈ, ਇਸੇ ਕਰਕੇ ਸਾਡੇ ਮਸਲ ਜਿਹੜੇ ਉਹ ਸਟਿਫ ਹੋ ਚੁੱਕੇ ਹੈ। ਠੀਕ ਹੈ। ਆਪਾਂ ਸਾਡੇ ਦੇਖੋ ਨਾ ਬੈਠਣ ਦਾ ਉੱਠਣ ਦਾ ਸਟਾਈਲ ਹੈ, ਅਸੀਂ 90 ਡਿਗਰੀ ਤੋਂ ਜ਼ਿਆਦਾ ਥੱਲੇ ਜਾਈਦਾ ਹੀ ਨਹੀਂ। ਅੱਛਾ। ਜਿੱਦਾਂ ਉਹਨਾਂ ਨੇ ਦੱਸਿਆ ਚੌਂਕੜੀ ਮਾਰਨਾ, ਹੁਣ ਚੌਂਕੜੀ ਮਾਰਨ ਦਾ ਇੱਕ ਪੋਸਚਰ ਹੈ ਜਿਹਦੇ ਵਿੱਚ ਸਾਡਾ ਹਿਪ ਲੈਵਲ ਉੱਚਾ ਹੋਣਾ ਚਾਹੀਦਾ ਤੇ ਨੀ ਲੈਵਲ ਨੀਚਾ ਹੋਣਾ ਚਾਹੀਦਾ। ਠੀਕ ਹੈ। ਆਪਾਂ ਮਾਰੀ ਦੀ ਉਲਟੀ ਚੌਂਕੜੀ। ਠੀਕ ਹੈ। ਜਿੱਥੇ ਹਿਪ ਥੱਲੇ ਚਲੇ ਜਾਂਦਾ ਨੀ ਉੱਪਰ ਹੋ ਜਾਂਦਾ, ਇਸ ਕਰਕੇ ਬੈਕ ਪੇਨ ਸ਼ੁਰੂ ਹੋ ਜਾਂਦੀ ਹੈ ਤੇ ਗੋਡਾ ਜਦੋਂ 90 ਡਿਗਰੀ ਤੋਂ ਜ਼ਿਆਦਾ ਮੁੜਦਾ ਹੈ। ਅੱਜ ਕੱਲ ਯੰਗ ਪੇਸ਼ੈਂਟ ਜਿਹੜੇ ਹੈਗੇ ਯੰਗ ਏਜ 'ਚ ਘੁੰਮ ਰਹੇ ਆ, ਉਹ ਤਾਂ ਨੀਚੇ ਬੈਠ ਕੇ ਦੇਖਦੇ ਹੀ ਨਹੀਂ ਬਿਲਕੁਲ ਵੀ। ਠੀਕ ਹੈ। ਅੱਛਾ ਡਾਕਟਰ ਅਮਿਤ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਦੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ, ਕੋਈ ਦਰਦ ਹੈ, ਜਾਂ ਤੁਸੀਂ ਉਹਦੇ ਪ੍ਰੈਸ਼ਰ ਪੁਆਇੰਟ ਬਾਡੀ ਦੇ ਆ ਉਹ ਦਬਾ ਕੇ, ਜ਼ਰੂਰੀ ਨਹੀਂ ਵੀ ਜਿੱਥੇ ਦਰਦ ਹੈ ਉੱਥੇ ਦਬਾਉਂਦੇ ਹੋ, ਕਿਸੇ ਹੋਰ ਜਗ੍ਹਾ ਤੇ ਦਬਾਉਂਦੇ ਹੋ।
ਇੱਕ ਡਾਕਟਰ ਸਾਹਿਬ ਇਹਦੇ ਨਾਲ ਰਲਦੀ ਮਿਲਦੀ ਇੱਕ ਥੈਰੇਪੀ ਜਿਹਨੂੰ ਕਹਿੰਦੇ ਆ ਪ੍ਰੈਸ਼ਰ ਥੈਰੇਪੀ ਜਾਂ ਐਕੂਪ੍ਰੈਸ਼ਰ ਕਹਿ ਦਿੰਦੇ ਹੈਗੇ, ਕਿ ਨਿਊਰੋਥੈਰੇਪੀ ਔਰ ਐਕੂਪ੍ਰੈਸ਼ਰ ਇੱਕੋ ਚੀਜ਼ ਹੈ ਜਾਂ ਅਲੱਗ-ਅਲੱਗ ਹੈ? ਬਿਲਕੁਲ ਬਿਲਕੁਲ ਅਲੱਗ ਥੈਰੇਪੀ ਹੈ ਸਰ ਉਹਨਾਂ ਦੀ। ਜਿਹੜੇ ਐਕੂਪ੍ਰੈਸ਼ਰ ਹੈ ਸਰ, ਉਹ ਸਾਰੇ ਇਨਸਟਰੂਮੈਂਟਸ ਯੂਜ਼ ਕਰਦੇ ਨੇ, ਉਹਨਾਂ ਕੋਲ ਸਟਿਕਸ ਹੁੰਦੀਆਂ ਨੇ, ਉਹਨਾਂ ਕੋਲ ਡਕਸ ਹੁੰਦੇ ਨੇ, ਜੋ ਉਹ ਮਤਲਬ ਉਹ ਪਾਰਟਿਕੂਲਰ ਪੁਆਇੰਟਸ ਤੇ ਹੀ ਲੋਕਾਂ ਦੇ ਨਾ ਥੈਰੇਪੀ ਕਰਦੇ ਨੇ। ਮਤਲਬ ਜਿੱਥੇ ਉਹਨਾਂ ਦੇ ਪ੍ਰੋਬਲਮ ਹੈ, ਜਿੱਦਾਂ ਸਰਵਾਈਕਲ ਦੀ ਪ੍ਰੋਬਲਮ ਹੈ ਜੋ ਨਾਰਮਲੀ ਅੱਜਕੱਲ ਸਾਰਿਆਂ ਨੂੰ ਹੈ, ਉਹ ਨੈਕ ਦੇ ਉੱਤੇ ਹੀ ਉਹਨਾਂ ਨੇ ਸਾਰੇ ਆਪਣੇ ਇਨਸਟਰੂਮੈਂਟਸ ਜਿਹੜੇ ਨੇ ਉਹ ਯੂਜ਼ ਕਰਦੇ ਨੇ। ਉਹ ਜੀ ਸਾਡੀ ਨਿਊਰੋਥੈਰੇਪੀ ਦੇ ਵਿੱਚ ਜਿਹੜੀ ਹੈ ਸਾਡੀ ਬਿਲਕੁਲ ਪੇਨਲੈਸ ਥੈਰੇਪੀ ਹੈ ਸਰ ਇਹ। ਅੱਛਾ, ਇਹਦੇ ਵਿੱਚ ਕੋਈ ਪੇਨ ਨਹੀਂ ਹੁੰਦੀ, ਕੋਈ ਅਸੀਂ ਇਨਸਟਰੂਮੈਂਟ ਜੇ ਕਿਸੇ ਨੂੰ ਦਬਾਇਆ ਤੇ ਉਹ ਦਰਦ ਨਾਲ ਨਹੀਂ ਸਰ, ਨਹੀਂ ਐਦਾਂ ਦਾ ਨਹੀਂ, ਬਿਲਕੁਲ ਇੱਕ ਸਿਟਿੰਗ ਦੇ ਵਿੱਚ ਹੀ ਨੀਅਰ ਅਬਾਊਟ ਪੇਸ਼ੈਂਟ ਜਿਹੜਾ ਸਰਵਾਈਕਲ ਦੀ ਦਰਦ ਹਟ ਜੇ ਤੇ ਬਾਹਰ ਦੀ ਦਰਦ ਸ਼ੁਰੂ ਹੋ ਜਾਏ, ਇਸ ਤਰ੍ਹਾਂ ਤਾਂ ਨਹੀਂ ਡਾਕਟਰ ਵਿਕਰਮ ਇਦਾਂ ਨਹੀਂ ਹੈ। ਹੁੰਦਾ ਕੀ ਹੈ ਵੀ ਜਦੋਂ ਅਸੀਂ ਉਹਨੂੰ ਥੈਰੇਪੀ ਕਰਦੇ, ਜਦੋਂ ਸਰਵਾਈਕਲ ਦਾ ਇੱਕ ਪੇਸ਼ੈਂਟ ਮੈਂ ਤੁਹਾਨੂੰ ਦੱਸ ਦਿੰਦਾ ਨਾਰਮਲੀ, ਮਤਲਬ ਜਿੱਦਾਂ ਹੀ ਉਹ ਥੈਰੇਪੀ ਲੈ ਕੇ ਸਾਡੇ ਕੋਲ ਉੱਠਦਾ ਹੈ 30 ਤੋਂ 35% ਉਹਨੂੰ ਰਿਲੀਫ ਹੀ ਮਿਲਿਆ ਹੁੰਦਾ ਜੀ ਉਹਨੂੰ। ਅੱਛਾ, ਹਾਂ, ਉਹ ਖੁਦ ਹੀ ਸਰ ਦੁਬਾਰਾ ਆਂਦਾ ਕਦੇ ਔਨ ਦੀ ਸਪੌਟ ਉਹਨੂੰ ਔਨ ਦੀ ਸਪੌਟ ਜਦੋਂ 30-35% ਉਹਨੂੰ ਰਿਜ਼ਲਟ ਮਿਲਦਾ ਤਾਂ ਉਹਨੂੰ ਖੁਦ ਹੀ ਫੀਲ ਹੁੰਦਾ ਕਿ ਵੀ ਹਾਂ ਮੈਂ ਸਹੀ ਜਗ੍ਹਾ ਤੇ ਆ ਗਿਆ ਹਾਂ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਨੇ ਬੜੀ ਇੰਟਰਸਟਿੰਗ ਗੱਲ ਦੱਸੀ ਹੈ ਵੀ ਦੇਖੋ ਬਿਮਾਰੀ ਚਾਹੇ ਇੱਕੋ ਹੀ ਹੈ, ਜੇ ਕਿਸੇ ਨੂੰ ਲੱਕ ਦਰਦ ਹੈ ਜਾਂ ਕਿਸੇ ਦੀ ਗਰਦਨ 'ਚ ਦਰਦ ਹੈ, ਬਹੁਤ ਸਾਰੀਆਂ ਥੈਰੇਪੀਆਂ, ਚਾਹੇ ਤੁਸੀਂ ਗੋਲੀ ਨਾਲ ਠੀਕ ਕਰ ਲਓ ਜਾਂ ਫਿਜ਼ੀਓਥੈਰੇਪੀ ਨਾਲ ਕਰ ਲਓ ਜਾਂ ਤੁਸੀਂ ਨਿਊਰੋਥੈਰੇਪੀ ਨਾਲ ਕਰ ਲਓ, ਮੇਨ ਮਕਸਦ ਇਹ ਹੈ ਵੀ ਇਲਾਜ ਹੋਣਾ ਚਾਹੀਦਾ। ਡਾਕਟਰ ਸਾਹਿਬ ਨੇ ਬੜਾ ਵਧੀਆ ਗੱਲ ਕੀਤੀ ਹੈ ਵੀ ਜੇ ਮਰੀਜ਼ ਨੂੰ ਇਲਾਜ ਦੇ ਦੌਰਾਨ ਹੀ ਉਹੀ 10-15 ਮਿੰਟਾਂ ਦੇ ਅੰਦਰ ਹੀ ਨਿਊਰੋਥੈਰੇਪੀ ਦੇ ਨਾਲ ਫਰਕ ਪੈ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਜੇ ਅਸੀਂ ਫਿਜ਼ੀਓਥੈਰੇਪੀ ਦਾ ਪ੍ਰੋਸਪੈਕਟਸ ਦੇਖੀਏ, ਜਿਹੜੀ ਸਰਵਾਈਕਲ ਦੀ ਦਰਦ ਹੈ ਜਿਹਨੂੰ ਆਮ ਸਰਵਾਈਕਲ ਕਹਿ ਦਿੰਦੇ ਆ, ਠੀਕ ਹੈ, ਗਰਦਨ ਦੀ ਦਰਦ ਹੈ, ਇਹ ਬੇਸਿਕਲੀ ਸਰਵਾਈਕਲ ਦੀ ਦਰਦ ਕੀ ਕਹਿੰਦੇ ਕੀ ਹੈ? ਮਣਕਿਆਂ ਦੀ ਪ੍ਰੋਬਲਮ ਹੈ ਕੀ ਹੈ? ਸਰਵਾਈਕਲ ਤਾਂ ਸਾਡੀ ਗਰਦਨ ਨੂੰ ਮੈਡੀਕਲ ਟਰਮ 'ਚ ਕਿਹਾ ਜਾਏਗਾ, ਠੀਕ ਹੈ। ਸਰਵਾਈਕਲ ਸਪੌਂਡਲਾਈਟਿਸ ਕੰਪਲੀਟ ਟਰਮ ਹੈ। ਓਕੇ, ਜਿਹਨੂੰ ਵੀ ਨੈਕ ਦੀ ਪੇਨ ਹੁੰਦੀ ਉਹ ਕਹਿੰਦਾ ਸਰਵਾਈਕਲ ਹੋ ਗਿਆ, ਜਦ ਕਿ ਇਹ ਸਰਵਾਈਕਲ ਨਹੀਂ ਹੈ, ਇਹ ਸਪੌਂਡਲਾਈਟਿਸ ਦੀ ਵਜ੍ਹਾ ਨਾਲ ਹੁੰਦਾ ਤੇ ਇਹ ਮੋਸਟਲੀ ਪੋਸਚਰਲ ਹੁੰਦਾ ਹੈ। ਯੰਗ ਏਜ 'ਚ ਪੋਸਚਰਲ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹ ਡੀਜਨਰੇਸ਼ਨ ਹੈ ਤੇ ਇਹਦਾ ਹਰ ਟਾਈਮ ਤੇ ਅਲੱਗ-ਅਲੱਗ ਇਲਾਜ ਹੁੰਦਾ ਹੈ। ਡੀਜਨਰੇਸ਼ਨ ਤੋਂ ਕੀ ਭਾਵ? ਡੀਜਨਰੇਸ਼ਨ ਦਾ ਮਤਲਬ ਇਹਦਾ ਏਜ ਦੇ ਨਾਲ ਉਹ ਡਿਸਕ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਮੰਨ ਲਓ ਗੋਡੇ ਦੀ ਗਰੀਸ ਸੁੱਕਦੀ ਹੈ, ਇਦਾਂ ਹੀ ਸਾਡੀ ਸਪਾਈਨ ਦੀ ਗਰੀਸ ਹੈ, ਇਹ ਵੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਮਣਕਿਆਂ ਜਿਹੜਾ ਗੈਪ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ। ਓਕੇ, ਉਹਦੀ ਵਜ੍ਹਾ ਨਾਲ ਲੋਕਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ, ਨੈਕ ਦੀ ਪੇਨ ਆ ਰਹੀ ਹੈ ਜਾਂ ਚੱਕਰ ਆਉਂਦੇ ਹੈ। ਜੇ ਡਾਕਟਰ ਸਾਹਿਬ ਅਸੀਂ ਇਸ ਚੀਜ਼ ਦਾ ਦੇਖੀਏ ਵੀ ਇਹ ਕੁਝ ਚੀਜ਼ਾਂ ਤੇ ਉਮਰ ਦੇ ਨਾਲ ਆਉਂਦੀਆਂ ਹੈ ਨਾ, ਪਰ ਕੋਈ ਅਸੀਂ ਐਸੀ ਚੀਜ਼ ਕਰ ਸਕਦੇ ਹਾਂ ਵੀ ਇਹ ਜਿਹੜਾ ਇਫੈਕਟ ਹੈ ਉਮਰ ਦਾ ਇਹ ਥੋੜਾ ਡਿਲੇ ਹੋ ਜਾਏ, ਥੋੜਾ ਲੇਟ ਹੋ ਜਾਏ, ਜਿਹਦੇ ਨਾਲ ਮਸਲ ਨੂੰ ਸਟਰੋਂਗ ਕਰ ਸਕਦੇ ਹਾਂ। ਕਿਸ ਤਰ੍ਹਾਂ ਆਪਾਂ ਮਸਲ ਨੂੰ ਸਟਰੋਂਗ ਕਰ ਸਕਦੇ ਹਾਂ? ਐਕਸਰਸਾਈਜ਼ ਨਾਲ। ਬੜੀ ਸਿੰਪਲ ਐਕਸਰਸਾਈਜ਼ ਹੈ, ਜੇ ਤੁਸੀਂ ਰੋਜ਼ ਮਾਰਨਿੰਗ ਈਵਨਿੰਗ ਜਾਂ ਸੌਣ ਤੋਂ ਪਹਿਲਾਂ ਵੀ ਕਰ ਲਓ, ਬੜੀ ਲੇਟ ਕੇ ਐਕਸਰਸਾਈਜ਼ ਹੈ ਨੈਕ। ਇੰਨੀ ਸਿੰਪਲ ਐਕਸਰਸਾਈਜ਼ ਹੈ, ਸਿਰਫ ਚਿਨ ਟਕ ਕਰਕੇ ਤੁਸੀਂ ਪਿੱਲੋ ਨੂੰ ਪ੍ਰੈਸ ਕਰਨਾ ਜੀ। ਇਹਦੇ ਨਾਲ ਸਾਡਾ ਜਿਹੜਾ ਪੋਸਚਰ ਹੈ ਇਹ ਬਿਲਕੁਲ ਸਹੀ ਹੋ ਜਾਂਦਾ, ਕਿਉਂਕਿ ਸਾਡੀ ਸਾਰਾ ਦਿਨ ਕੀ ਹੈ, ਫਰੰਟ ਕੰਮ ਹੈ ਜਾਂ ਮੋਬਾਈਲ ਦੇਖਣਾ ਹੈ, ਉਹ ਚਿਨ ਸਾਡੀ ਇੱਧਰ ਰਹਿੰਦੀ ਹੈ। ਅੱਛਾ ਜੀ, ਉਹਦੀ ਵਜ੍ਹਾ ਨਾਲ ਸਾਰਾ ਸਟ੍ਰੈਸ ਸਾਡਾ C2 ਵਰਟੀਬਰਾ ਤੇ ਰਹਿੰਦਾ, ਉਹ ਸਾਰਾ ਜਿਹੜਾ ਕਰਵੇਚਰ ਹੈ ਸਪਾਈਨ ਦਾ ਉਹ ਵਿਗੜੀ ਜਾਂਦਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਮੈਂ ਸਰਵਾਈਕਲ ਬਾਰੇ ਇੱਕ ਹੋਰ ਕੁਐਸਚਨ ਵੀ ਪੁੱਛਾਂਗਾ, ਪਹਿਲਾਂ ਇੱਕ ਫੋਨ ਕਾਲ ਆਪਾਂ ਲੈ ਲਈਏ। ਹੈਲੋ ਮੈਂ ਜੀ ਸ਼ਾਹਕੋਟ ਤੋਂ ਬੋਲ ਰਿਹਾ, ਜਗਦੀਸ਼ ਰਾਜ ਗੋਇਲ ਜੀ। ਹਾਂ ਜਗਦੀਸ਼ ਰਾਜ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਤੁਸੀਂ ਡਾਕਟਰ ਸਾਹਿਬ ਤੋਂ ਆਪਣਾ ਸਵਾਲ ਪੁੱਛੋ ਜੀ। ਵੇਖੋ ਜੀ, ਮੈਂ 40 ਸਾਲ ਤੋਂ ਯੋਗ ਨਾਲ ਜੁੜਿਆ ਮੈਂ, ਪ੍ਰੈਸ਼ਰ ਦੇ ਉੱਤੇ ਬੜੀ ਖੋਜਾਂ ਕੀਤੀਆਂ, ਸਭ ਕੁਝ ਵੇਖਿਆ। ਬੜਾ ਦੁੱਖ ਦੀ ਗੱਲ ਹੈ ਵੀ ਡਾਕਟਰ ਪੇਨ ਕਿਲਰ ਦੇ ਕੇ ਨਾ ਸਾਡਾ ਜਵਾਨ ਕਰੀ ਜਾਂਦੇ ਆ, ਆਰਾਮ ਨਹੀਂ ਆ ਰਿਹਾ ਲੋਕਾਂ ਨੂੰ। ਬਹੁਤ ਸਾਰੇ ਪਿੰਡਾਂ 'ਚ ਬਾਜੀਗਰ ਆ, ਸੈਂਪਲ ਵਿਚਾਰੇ ਜਿਹਨਾਂ ਨੂੰ ਕੁਝ ਨਹੀਂ ਪਤਾ ਹੈਗਾ, ਕੋਈ ਡਿਗਰੀ ਨਹੀਂ, ਉਹਨਾਂ ਕੋਲ ਲੋਕ ਰਾਜੀ ਹੋ ਜਾਂਦੇ ਆ। ਤੇ ਸਾਡੀ ਗਵਰਨਮੈਂਟ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਮੂਹਰੇ ਲਿਆਉਂਦੀ? ਸਾਡਾ TV ਸੈਂਟਰ ਦੇ ਉੱਤੇ ਨਾ ਯੋਗਾ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ, ਉਹ ਵੀ ਹਫ਼ਤੇ 2 ਦਿਨ ਕਰਦਾ। ਇਹਨਾਂ ਦੀ ਲੋੜ ਹੈਗੀ ਹੈ ਤਾਂ ਕਿ ਲੋਕਾਂ ਸਾਹਮਣੇ ਪੈਥੀਆਂ ਲਿਆਂਦੀਆਂ ਜਾਣ ਤੇ ਲੋਕਾਂ ਦਾ ਫਾਇਦਾ ਹੋ ਸਕੇ। ਚਲੋ, ਮੈਂ ਉਮੀਦ ਕਰਦਾ ਤੁਹਾਡਾ ਜਿਹੜਾ ਇਹ ਕੁਐਸਚਨ ਹੈ ਕਿਸੇ ਨਾ ਕਿਸੇ ਸਰਕਾਰੀ ਮਹਿਕਮੇ ਦੇ ਅਫਸਰ ਨੇ ਵੀ ਸੁਣਿਆ ਹੈਗਾ, ਉਹ ਇਸ ਤੇ ਅਮਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ। ਡਾਕਟਰ ਸਾਹਿਬ, ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਬੜੀ ਇੰਟਰਸਟਿੰਗ ਹੈ ਵੀ ਯੋਗ ਦਾ ਜਿਹੜਾ ਕੀ ਮਹੱਤਤਾ ਹੈ, ਠੀਕ ਹੈ। ਲੇਕਿਨ ਉਸ ਤੋਂ ਪਹਿਲਾਂ ਇੱਕ ਕੁਐਸਚਨ ਮੈਂ ਲੈ ਲਵਾਂ ਵੀ ਜਿਹੜਾ ਸਰਵਾਈਕਲ ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ, ਸਿਰ ਥੱਲੇ ਸਰਾਣਾ ਲੈਣਾ ਨਹੀਂ ਲੈਣਾ, ਇਹ ਬੜਾ ਇੱਕ ਕੁਐਸਚਨ ਹੈਗਾ। ਬਿਲਕੁਲ ਲੈਣਾ ਹੈ। ਜੇ ਨਹੀਂ ਲਵਾਂਗੇ, ਮੰਨ ਲਈ ਆਪਾਂ ਮੋਸਟਲੀ ਦੇਖਿਆ ਗਿਆ ਕਿ 60 ਤੋਂ 70% ਜਿਹੜੇ ਲੋਕ ਆ ਉਹ ਸਾਈਡ ਲੈ ਕੇ ਸੌਂਦੇ ਆ, ਤੇ ਇਹਦਾ ਸ਼ੋਲਡਰ ਤੇ ਨੈਕ ਦਾ ਜਿਹੜਾ ਗੈਪ ਹੈ ਉਹ ਮੇਨਟੇਨ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਹੋਏਗਾ, ਮੰਨ ਲਓ ਤੁਸੀਂ ਪਿੱਲੋ ਨਹੀਂ ਲਿਆ ਤੇ ਤੁਹਾਡੀ ਤੇ ਗਰਦਨ ਲਟਕ ਜਾਏਗੀ ਸਾਰੀ ਰਾਤ। ਡਾਕਟਰ ਸਾਹਿਬ, ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਵੀ ਇੱਕ ਜਿਹੜਾ ਜਿਸ ਤਰ੍ਹਾਂ ਇਹਨਾਂ ਦੀ ਕਾਲ ਵੀ ਆਈ ਸੀ ਵੀ ਦਵਾਈਆਂ ਦੇ ਕੇ ਸਾਡਾ ਕਲੇਜਾ ਸੜਦਾ ਵੀ ਇੰਨੀਆਂ ਦਵਾਈਆਂ। ਦੇਖੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਜਿਹੜੇ ਡਾਕਟਰ ਕੋਲ ਜਾਓਗੇ ਉਹਦੀ ਇੱਕ ਆਪਣੀ ਇੱਕ ਪੱਧਤੀ ਹੈ ਇਲਾਜ ਕਰਨ ਦੀ, ਉਹ ਜਿਸ ਚੀਜ਼ ਦਾ ਮਾਹਿਰ ਆ ਉਹ ਹੀ ਕਰੇਗਾ। ਜੇ ਕਿਸੇ ਦੀ ਦਵਾਈਆਂ ਅੰਗਰੇਜ਼ੀ ਦਵਾਈਆਂ ਲਈ ਅੰਗਰੇਜ਼ੀ ਦਵਾਈਆਂ ਦੇਣਗੇ, ਆਯੁਰਵੈਦਿਕ ਵਾਲੇ ਆਯੁਰਵੈਦਿਕ ਦੇਣਗੇ। ਫਿਜ਼ੀਓਥੈਰੇਪਿਸਟ ਔਰ ਨਿਊਰੋਥੈਰੇਪਿਸਟ ਅਸੀਂ ਅੱਜ ਸਟੂਡੀਓ 'ਚ ਬੁਲਾਏ ਨੇ ਇਸੇ ਕਰਕੇ ਵੀ ਉਹਨਾਂ ਦੀ ਇਲਾਜ ਪੱਧਤੀ ਦੇ 'ਚ ਇਹਨਾਂ ਦਾ ਕੀ ਇਲਾਜ ਹੈ। ਡਾਕਟਰ ਸਾਹਿਬ,
ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਸਰਾਣਾ ਲੈਣਾ ਹੀ ਲੈਣਾ ਹੈ, ਬਿਲਕੁਲ ਠੀਕ ਹੈ, ਇਹਦੀ ਕੋਈ ਖਾਸ ਵੱਡਾ ਛੋਟਾ ਹੋਣਾ ਚਾਹੀਦਾ ਜਾਂ ਕੋਈ ਖਾਸ ਤੁਸੀਂ ਆਈਡੀਆ ਦੇ ਸਕਦੇ ਹੋ ਕਿ ਕਿੰਨਾ ਸਾਈਜ਼ ਹੋਣਾ ਚਾਹੀਦਾ? ਇਹ ਪੇਸ਼ੈਂਟ ਨੂੰ ਆਪ ਦੇਖਣਾ ਪੈਣਾ ਹੈ ਕਿ ਉਹ ਜ਼ਿਆਦਾ ਕਿਹੜੇ ਪੋਸਚਰ ਸੌਂਦਾ ਹੈ। ਜੇ ਸਿੱਧਾ ਸੌਂਦਾ ਹੈ ਤਾਂ ਸਰਾਣਾ ਸਾਡਾ ਪਤਲਾ ਹੋਣਾ ਚਾਹੀਦਾ, ਜੇ ਸਾਈਡ ਲੈ ਕੇ ਸੌਂਦਾ ਹੈ ਤਾਂ ਸਰਾਣਾ ਸਾਡਾ ਉਸ ਹਿਸਾਬ ਨਾਲ ਹੋਣਾ ਚਾਹੀਦਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਇਹ ਸਰਵਾਈਕਲ ਦੇ ਰਿਲੇਟਡ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਮਰੀਜ਼ ਨੂੰ ਸਾਡੇ ਕੋਲ ਆਉਂਦੇ ਆ ਵੀ ਇਲਾਜ ਕਰਦੇ ਉਹਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ, ਤੇ ਇਹ ਤੁਸੀਂ ਕੁਝ ਬਾਅਦ ਦੇ ਵਿੱਚ ਵੀ ਕੁਝ ਉਹਨਾਂ ਨੂੰ ਇਨਸਟਰਕਸ਼ਨ ਦਿੰਦੇ ਹੋ ਵੀ ਜੇ ਨਾਰਮਲੀ ਜੇ ਸਪੋਜ਼ ਕਰੋ ਕਿਸੇ ਨੇ ਨਿਊਰੋਥੈਰੇਪੀ ਨਹੀਂ ਲਈ ਤੇ ਫਿਰ ਵੀ ਉਹ ਆਪਣਾ ਕਿਸ ਤਰ੍ਹਾਂ ਪਰਹੇਜ਼ ਕਰ ਸਕਦਾ ਹੈ ਜਾਂ ਕਿੱਦਾਂ ਉਹ ਵੀ ਇਹ ਤਕਲੀਫ ਤੋਂ ਦੂਰ ਰਹਿ ਸਕਦਾ ਹੈ, ਕਿਸ ਤਰ੍ਹਾਂ ਤੁਸੀਂ ਬੇਸਿਕਲੀ ਉਹੀ ਤੁਹਾਨੂੰ ਹੁਣੀ ਡਾਕਟਰ ਸਾਹਿਬ ਨੇ ਇਹੀ ਗੱਲ ਦੱਸੀ ਹੈ ਕਿ ਵੀ ਇੱਕ ਤਾਂ ਪੋਸਚਰ ਸਾਡਾ ਸਹੀ ਹੋਣਾ ਚਾਹੀਦਾ ਬੈਠਣ ਦਾ, ਜੋ ਵਰਕਿੰਗ ਕਰਦੇ ਹਾਂ ਅਸੀਂ ਕਿਸ ਤਰ੍ਹਾਂ ਪੋਸਚਰ ਨੂੰ ਆਪਾਂ ਕਿੱਦਾਂ ਪੋਸਚਰ ਮਤਲਬ ਸਾਡਾ ਸਿੱਧਾ ਹੋਣਾ ਚਾਹੀਦਾ। ਜਿੱਦਾਂ ਮੋਬਾਈਲ ਦੇਖਦੇ ਅੱਜ ਕੱਲ ਬੱਚੇ, ਜਿੱਦਾਂ ਨਾਰਮਲੀ ਲਗਾ ਲਓ ਛੋਟੇ ਛੋਟੇ ਬੱਚਿਆਂ ਨੂੰ ਸਰਵਾਈਕਲ ਪ੍ਰੋਬਲਮ ਹੋ ਗਈ ਹੈ, ਉਹਦਾ ਕਾਜ਼ ਇਹੀ ਹੈ ਵੀ ਉਹ ਕਦੀ ਲੇਟ ਕੇ ਕਿਸੇ ਵੀ ਐਂਗਲ 'ਚ ਬੱਚੇ ਫੋਨ ਲੈ ਕੇ ਬੈਠੇ ਹੁੰਦੇ ਨੇ, ਔਰ ਇਹੀ ਹਾਲ ਫੀਮੇਲਸ ਦਾ ਵੀ ਹੈ ਵੀ ਜਨਾਨੀਆਂ ਵੀ ਐਵੇਂ ਬੈਠੀਆਂ ਹੁੰਦੀਆਂ ਨੇ ਵੀ ਉਹ ਫਰੀ ਨੇ ਤੇ ਉਹਨਾਂ ਨੇ ਫੋਨ ਚੱਕਿਆ ਤੇ ਉਹ ਕਿਸੇ ਵੀ ਪੋਜੀਸ਼ਨ 'ਚ ਬਹਿ ਜਾਂਦੀਆਂ ਨੇ, ਠੀਕ ਹੈ। ਇੱਕ ਸੈਕੰਡਲੀ ਇਹਦੇ ਲਈ ਇੱਕ ਸਾਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ, ਜੋ ਡਾਕਟਰ ਸਾਹਿਬ ਨੇ ਹੁਣੀ ਦੱਸਿਆ ਤੁਹਾਨੂੰ ਵੀ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੈ ਸਾਡੇ ਠੀਕ ਹੋਣ 'ਚ। ਤੁਸੀਂ ਆਪਣੇ ਇਲਾਜ ਦੇ ਦੌਰਾਨ ਕੋਈ ਐਕਸਰਸਾਈਜ਼ ਰਿਕਮੈਂਡ ਕਰਦੇ ਹੋ ਮਰੀਜ਼ ਨੂੰ? ਟ੍ਰੀਟਮੈਂਟ ਦਾ ਜਦੋਂ ਪੂਰਾ ਸੈਟਅਪ ਹੋ ਜਾਂਦਾ, ਪੇਸ਼ੈਂਟ ਇੱਕ ਤਰ੍ਹਾਂ ਦਾ ਠੀਕ ਹੋ ਜਾਂਦਾ, ਫਿਰ ਉਹਨੂੰ ਐਕਸਰਸਾਈਜ਼ ਜ਼ਰੂਰ ਦੱਸਦੇ ਹਾਂ ਅਸੀਂ ਕਿ ਵੀ ਉਹ ਠੀਕ ਰਵੇ, ਫਰਦਰ ਉਹਨੂੰ ਇਹ ਟਰਬਲ ਨਾ ਆਵੇ। ਅੱਛਾ ਡਾਕਟਰ ਸਾਹਿਬ, ਤੁਸੀਂ ਸਰਵਾਈਕਲ ਦੀ ਪ੍ਰੋਬਲਮ 'ਚ ਐਕਸਰਸਾਈਜ਼ ਦੱਸਦੇ ਹੋ ਜਾਂ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਜੋ ਇਲੈਕਟ੍ਰਿਕ ਮੈਡੀਸਿਨ ਹੈ ਜਾਂ ਕੋਈ ਪਹਿਲਾਂ ਕਾਜ਼ ਉਹਦਾ ਟ੍ਰੀਟ ਕਰਕੇ ਉਸ ਤੋਂ ਬਾਅਦ ਉਹਨੂੰ ਪਾਰਟਿਕੂਲਰ ਐਕਸਰਸਾਈਜ਼ ਦੱਸਣੀ ਹੀ ਦੱਸਣੀ ਹੈ। ਤੁਸੀਂ ਕਿੰਨਾ ਕੁ ਆਈਡੀਆ ਸਮਝਦੇ ਹੋ ਜੇ ਸਰਵਾਈਕਲ ਦੀ ਪ੍ਰੋਬਲਮ ਹੈ, ਠੀਕ ਹੈ, ਔਨ ਐਨ ਐਵਰੇਜ, ਚਲੋ ਹਰ ਇੱਕ ਬਿਮਾਰੀ ਦਾ ਅਲੱਗ-ਅਲੱਗ ਹੈ, ਪਰ ਕਿੰਨੇ ਚਿਰ 'ਚ ਉਹ ਫਿਜ਼ੀਓਥੈਰੇਪੀ ਦੇ ਨਾਲ ਠੀਕ ਹੋ ਸਕਦੀ ਹੈ ਸਰਵਾਈਕਲ ਦੀ ਪ੍ਰੋਬਲਮ? ਵਿਦਿਨ 1 ਵੀਕ ਵੀ ਹੋ ਜਾਂਦੀ ਹੈ। ਜੇ ਨਰਵ ਕੰਪਰੈਸ਼ਨ ਹੈ, ਜੇ ਸਰਵਾਈਕਲ ਡਿਸਕ ਬਲਜ ਹੋਇਆ ਔਰ ਉਹ ਪੇਨ ਆਮ 'ਚ ਜਾ ਰਿਹਾ ਹੈ, ਉਹਨੂੰ ਜ਼ਰੂਰ ਟਾਈਮ ਲੱਗੇਗਾ। ਠੀਕ ਹੈ ਡਾਕਟਰ ਸਾਹਿਬ, ਤੁਹਾਡੀ ਨਿਊਰੋਥੈਰੇਪੀ ਵਿੱਚ ਵੀ ਸੇਮ ਜੇ ਡਿਸਕ ਬਲਜ ਤੇ ਥੋੜਾ ਜਿਹਾ ਟਾਈਮ ਲੈਂਦੀ ਹੈ ਸਰ। ਉਹ ਇੱਕ ਫੋਨ ਕਾਲ ਹੋਰ ਆ ਰਿਹਾ, ਆਪਾਂ ਉਹ ਲੈ ਲਈਏ ਜੀ। ਹੈਲੋ, ਠੀਕ ਹੈ ਜੀ। ਹੈਲੋ ਹਾਂਜੀ। ਹੈਲੋ ਡਾਕਟਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ। ਤੁਸੀਂ ਆਪਣਾ ਸਵਾਲ ਪੁੱਛੋ ਜੀ, ਆਪਣਾ ਨਾਮ ਦੱਸੋ ਜੀ, ਕੌਣ ਸਾਹਿਬ ਬੋਲ ਰਹੇ ਹੋ? ਮੈਂ ਸਤਪਾਲ। ਹਾਂਜੀ ਸਤਪਾਲ ਜੀ, ਨਵਾਂ ਸ਼ਹਿਰ ਤੋਂ ਸਤਪਾਲ ਵਰਮਾ ਬੋਲ ਰਿਹਾ। ਹਾਂਜੀ ਸਵਾਲ ਪੁੱਛੋ ਸਰ ਆਪਣਾ। ਮੈਂ ਸਵਾਲ ਇਹ ਪੁੱਛਿਆ, ਮੇਰੀ ਏਜ ਜਿਹੜੀ 78 ਹੈ ਜੀ। ਅੱਛਾ ਜੀ। ਤੇ ਮੇਰੇ ਮੋਢੇ 'ਚ ਦਰਦ ਹੁੰਦਾ ਜੀ, ਮੇਰੀ ਬਾਹ ਉੱਪਰ ਤੱਕ ਨਹੀਂ ਜਾਂਦੀ ਹੈਗੀ, ਮਤਲਬ ਇਹਦੇ ਵਾਸਤੇ ਕੋਈ ਫਿਜ਼ੀਓਥੈਰੇਪੀ ਵਗੈਰਾ ਦਾ ਕੋਈ ਸਿਸਟਮ ਹੈਗਾ ਜੀ? ਸਤਪਾਲ ਜੀ, ਤੁਹਾਨੂੰ ਸ਼ੂਗਰ ਤਾਂ ਨਹੀਂ ਹੈ? ਡਾਇਬੀਟੀਜ਼ ਦੀ ਪ੍ਰੋਬਲਮ ਹੈ ਤੁਹਾਨੂੰ? ਠੀਕ ਹੈ। ਅੱਛਾ ਡਾਕਟਰ ਸਾਹਿਬ, ਇਸ ਚੀਜ਼ ਨੂੰ ਅਸੀਂ ਖੁਦ ਹੀ ਐਕਸਪੈਂਡ ਕਰ ਲੈਂਦੇ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਮੋਢੇ ਦੀ ਦਰਦ ਹੈ, ਜਿਹਨੂੰ ਆਮ ਤੌਰ ਤੇ ਹੁਣ ਆਮ ਮਰੀਜ਼ ਵੀ ਕਹਿਣ ਲੱਗੇ ਫਰੋਜ਼ਨ ਸ਼ੋਲਡਰ ਹੀ ਕਹਿੰਦੇ ਨੇ। ਬਿਲਕੁਲ। ਇਹ ਬਿਮਾਰੀ ਅਸਲ 'ਚ ਹੈ ਕੀ ਜਿਹਦੇ ਨਾਲ ਮੋਢਾ ਜਾਮ ਹੋ ਜਾਂਦਾ ਹੈ? ਔਰ ਦੂਸਰਾ ਜਿੱਦਾਂ ਤੁਸੀਂ ਪੁੱਛਿਆ ਵੀ ਸ਼ੂਗਰ ਹੈ ਕਿ ਨਹੀਂ ਹੈ, ਬਿਲਕੁਲ, ਇਹਦਾ ਕੀ ਸ਼ੂਗਰ ਦਾ ਜਾਂ ਬਲੱਡ ਪ੍ਰੈਸ਼ਰ ਦਾ ਇਹਦੇ ਵਿੱਚ ਕੋਈ ਰੋਲ ਹੈ ਜਿਹੜਾ ਤੁਸੀਂ ਖਾਸ ਤੌਰ ਤੇ ਸਵਾਲ ਪੁੱਛਿਆ? ਐਕਚੁਅਲੀ ਫਰੋਜ਼ਨ ਸ਼ੋਲਡਰ 80% ਜਿਹੜੇ ਹੈ ਨਾ ਉਹ ਸ਼ੂਗਰ ਪੇਸ਼ੈਂਟ ਨੂੰ ਹੀ ਹੁੰਦਾ। ਅੱਛਾ, ਜੇ ਉਹਨੂੰ ਕੋਈ ਇੰਜਰੀ ਨਾ ਹੋਈ ਹੋਵੇ। ਨਹੀਂ, ਇਹ ਹੈ ਕੀ ਹੈ ਫਰੋਜ਼ਨ ਸ਼ੋਲਡਰ ਤੋਂ ਕੀ ਭਾਵ? ਫਰੋਜ਼ਨ ਸ਼ੋਲਡਰ ਦਾ ਭਾਵ ਇਹ ਹੈ ਕਿ ਉਹ ਆਪਣੀ ਜਿਹੜੀ ਬਾਜੂ ਹੈ, ਇੱਕ ਐਕਟਿਵ ਮੂਵਮੈਂਟ ਹੈ, ਇੱਕ ਪੈਸਿਵ ਮੂਵਮੈਂਟ, ਯਾਨੀ ਕਿ ਐਕਟਿਵ ਦਾ ਮਤਲਬ ਉਹ ਆਪਣੇ ਆਪ ਚੱਕੇ, ਪੈਸਿਵ ਦਾ ਮਤਲਬ ਕੋਈ ਹੋਰ ਚੱਕੇ ਤਾਂ ਵੀ ਉਹਦੀ ਮੂਵਮੈਂਟ ਨਾ ਜਾ ਪਾਏ। ਕਿੰਨੀ ਥੋੜਾ ਤੁਸੀਂ ਦੱਸ ਵੀ ਸਕਦੇ ਹੋ? ਰੇਂਜ 90 ਡਿਗਰੀ ਤੱਕ, ਬੇਸਿਕਲੀ 90 ਡਿਗਰੀ ਤੱਕ ਜੋ ਨਹੀਂ ਚੱਕ ਪਾ ਰਿਹਾ, ਉਸ ਤੋਂ ਬਾਅਦ ਜੇ ਆਪਾਂ ਵੀ ਜ਼ੋਰ ਲਗਾਈਏ ਔਰ ਆਪਾਂ ਨਹੀਂ ਉਠਾ ਪਾ ਰਹੇ ਤੇ ਕੰਧਾ, ਇਹਨੂੰ ਆਪਾਂ ਕਹਾਂਗੇ ਜਾਮ। ਇਹਦਾ ਮਤਲਬ ਜੇ ਇਸ ਤੋਂ ਉੱਪਰ ਚੁੱਕ ਰਿਹਾ ਹੈ, ਦਰਦ ਹੋ ਰਹੀ ਹੈ ਤੇ ਅਸੀਂ ਉਹਨੂੰ ਫਰੋਜ਼ਨ ਸ਼ੋਲਡਰ ਦੀ ਕੈਟੇਗਰੀ ਮਤਲਬ ਇਹਨੂੰ ਐਕਟਿਵ ਤੇ ਪੈਸਿਵ ਚ ਇਸ ਲਈ ਆਪਾਂ ਡਿਫਰੈਂਸ਼ੀਏਟ ਕਰਨਾ ਪੈਂਦਾ ਹੈ ਕਿਉਂਕਿ ਐਕਟਿਵ ਦਾ ਨਹੀਂ ਚੱਕ ਪਾ ਰਿਹਾ ਇਹਦਾ ਮਤਲਬ ਮਸਲ ਇੰਜਰੀ ਵੀ ਹੋ ਸਕਦੀ ਹੈ, ਤੇ ਪੈਸਿਵਲੀ ਜੇ ਨਹੀਂ ਚੱਕ ਪਾ ਰਿਹਾ ਇਹਦਾ ਮਤਲਬ ਪੱਕਾ ਫਰੋਜ਼ਨ ਸ਼ੋਲਡਰ ਹੈ। ਠੀਕ ਹੈ। ਔਰ ਨਾਈਟ ਪੇਨ ਬਹੁਤ ਹੁੰਦਾ ਹੈ ਇਹਦੇ ਚ, ਰਾਤੀ ਪੇਸ਼ੈਂਟ ਕੋ ਸੋਇਆ ਨਹੀਂ ਜਾਂਦਾ, ਇੰਨੀ ਤਕਲੀਫ ਹੁੰਦੀ ਹੈ, ਉਹਦੀ ਨੀਂਦ ਖੁੱਲ ਜਾਂਦੀ ਹੈ, ਜਾਗ ਖੁੱਲ ਜਾਂਦੀ ਹੈ ਕਿਉਂਕਿ ਕੋਈ ਸੋਇਆ ਨਹੀਂ ਜਾਂਦਾ ਸ਼ੋਲਡਰ ਦੀ। ਦਰਸ਼ਕੋ, ਡਾਕਟਰ ਸਾਹਿਬ ਨੇ ਜਿਹੜੀ ਗੱਲ ਦੱਸੀ ਹੈ ਇਹ ਬਹੁਤ ਇੰਪੋਰਟੈਂਟ ਹੈ। ਬਜ਼ੁਰਗਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆਂਦੀ ਹੈ, ਮੈਂ ਬੇਨਤੀ ਕਰਾਂਗਾ ਵੀ ਜੇ ਕੋਈ ਬਜ਼ੁਰਗ ਇੰਨੀ ਤਕਲੀਫ ਦੱਸਦਾ ਹੈ ਤੇ ਉਸ ਨੂੰ ਕਦੀ ਵੀ ਇਗਨੋਰ ਨਾ ਕਰੋ ਔਰ ਫਿਜ਼ੀਓਥੈਰੇਪਿਸਟ ਨੂੰ ਜ਼ਰੂਰ ਦਿਖਾਓ। ਅੱਛਾ ਡਾਕਟਰ ਸਾਹਿਬ, ਤੁਸੀਂ ਨਿਊਰੋਥੈਰੇਪੀ ਦੇ ਵਿੱਚ ਫਰੋਜ਼ਨ ਸ਼ੋਲਡਰ ਲਈ ਕੋਈ ਖਾਸ ਟ੍ਰੀਟਮੈਂਟ ਕਰਦੇ ਹੋ? ਹਾਂਜੀ ਬਿਲਕੁਲ ਕਰਦੇ ਹਾਂ ਸਰ। ਇਹਦੇ ਵਿੱਚ ਸਾਡੇ ਕੋਲ ਬਹੁਤ ਅੱਛੇ ਰਿਜ਼ਲਟਸ ਹੈਗੇ ਨੇ ਸਰ, ਨਿਊਰੋਥੈਰੇਪੀ ਦੇ ਵਿੱਚ ਵੀ। ਚਲੋ ਬਹੁਤ ਅੱਛਾ। ਥੋੜਾ ਪੇਸ਼ੈਂਸ ਰੱਖਣਾ ਪੈਂਦਾ ਬਸ ਪੇਸ਼ੈਂਟ ਨੂੰ। ਠੀਕ ਹੈ। ਇੱਕ ਡਾਕਟਰ ਸਾਹਿਬ, ਆਪਾਂ ਸਵਾਲ ਇੱਕ ਛੋਟਾ ਜਿਹਾ ਲੈ ਲਈਏ ਵੀ ਜਿਹੜੇ ਗੋਡਿਆਂ ਦੀ ਜਿੱਦਾਂ ਕਹਿੰਦੇ ਗਰੀਸ ਮੁੱਕਦੀ ਹੈ, ਹਾਂਜੀ, ਉਹ ਕੀ ਐਕਚੁਅਲੀ ਹੁੰਦਾ ਕੀ ਹੈ? ਵਾਕਿਆ ਉੱਥੇ ਕੋਈ ਗਰੀਸ ਹੁੰਦੀ ਹੈ ਜਾਂ ਉੱਥੇ ਭਰ ਸਕਦੇ ਹਾਂ ਆਪਾਂ ਗਰੀਸ? ਹਾਂਜੀ, ਉਹਨੂੰ ਕਾਰਟਿਲੇਜ ਕਹਿੰਦੇ ਆ ਤੇ ਪੰਜਾਬੀ ਚ ਉਹਨੂੰ ਆਪਾਂ ਕਹਿੰਦੇ ਨੇ ਗਰੀਸ ਕੱਟ ਗਈ। ਠੀਕ ਹੈ। ਤੇ ਬੇਸਿਕਲੀ ਜਦੋਂ ਲੋਕ ਐਕਸ-ਰੇ ਕਰਾ ਕੇ ਆਉਂਦੇ ਨੇ ਸਾਡੇ ਕੋਲ, ਕਹਿੰਦੇ ਗੈਪ ਆ ਗਿਆ, ਗੈਪ ਆ ਗਿਆ, ਜਦ ਕਿ ਗੈਪ ਆਂਦਾ ਨਹੀਂ ਹੈ। ਮੈਂ ਆਹੀ ਦੱਸਣਾ ਚਾਹੁੰਦਾ, ਗੈਪ ਹਮੇਸ਼ਾ ਘਟਦਾ ਹੈ। ਠੀਕ ਹੈ। ਕੋਈ ਚੀਜ਼ ਤੁਹਾਡੇ ਜੁਆਇੰਟ ਦੇ ਵਿੱਚ ਉਹਨਾਂ ਨੇ ਕਾਰਟਿਲੇਜ ਕੁਸ਼ਨ ਹੈ, ਜੇ ਕੁਸ਼ਨ ਕੱਟ ਜਾਏਗਾ, ਨਿਕਲ ਜਾਏਗਾ, ਉਦੋਂ ਗੈਪ ਘਟੇਗਾ।
ਤੇ ਇਹਨੂੰ ਕਹਿੰਦੇ ਆਪਾਂ ਸੋ ਗ੍ਰੀਸ ਕਹਿਣ ਦਾ ਭਾਵ ਹੈ ਵੀ ਕੁਦਰਤੀ ਤੌਰ ਤੇ ਗੈਪ ਹੁੰਦਾ ਕੱਢਦਾ ਹੈ, ਹੈ। ਲੇਕਿਨ ਜਦੋਂ ਵਿੱਚੋਂ ਗੋਡਿਆਂ ਦੀ ਗ੍ਰੀਸ ਲਾ ਲਓ ਜਾਂ ਕਾਰਟਿਲੇਜ ਜਿਹਨੂੰ ਤੁਸੀਂ ਕਹਿੰਦੇ ਹੋ ਜਿਹੜਾ ਟਿਸ਼ੂ ਹੁੰਦਾ ਹੈ, ਉਹ ਜਦੋਂ ਘਟਦਾ ਤੇ ਉਹ ਸਗੋਂ ਗੈਪ ਘਟਦਾ ਹੈ, ਜਿਹਨਾਂ ਗੋਡੇ ਕਸਣ ਲੱਗਦੇ। ਪਹਿਲਾਂ ਆਂਦੀ ਸੀ 50 ਇਅਰਸ ਤੋਂ ਬਾਅਦ, ਠੀਕ ਹੈ, 50 ਸਾਲ ਤੋਂ ਬਾਅਦ, ਹੁਣ ਆ ਰਹੀ ਹੈ 40 ਸਾਲ ਤੋਂ ਬਾਅਦ। ਕੀ ਇਹ ਖਿੱਚਾ ਖੋਚਾ ਨਾਲ ਵੀ ਠੀਕ ਹੋ ਜਾਂਦਾ ਹੈ? ਖਿੱਚਣ ਨਾਲ ਨਹੀਂ, ਇਹ ਕੁਆਡ੍ਰਿਸੈਪ ਜਿਹੜਾ ਸਾਡਾ ਥਾਈ ਪੱਟ ਦਾ ਮਸਲ ਹੁੰਦਾ ਹੈ, ਉਹਦੀ ਜੇ ਆਪਾਂ ਸਟਰੈਂਥ ਵਧਾ ਲਈਏ ਤੇ ਉਹਨਾਂ ਸਾਡੇ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਇਹ ਜਿਸ ਤਰ੍ਹਾਂ ਤੁਸੀਂ ਵਾਰ-ਵਾਰ ਦੱਸ ਰਹੇ ਹੋ ਸਟਰੈਂਥ ਵਧਾ ਲਈ, ਕੀ ਯੋਗ ਦਾ ਜਾਂ ਕੋਈ ਯੋਗ ਐਕਸਰਸਾਈਜ਼ ਜਿੱਦਾਂ ਜਿਮ 'ਚ ਜਾਂਦੇ ਹੋ ਕਿ ਉਹ ਵੀ ਠੀਕ ਹੈ ਕਿ ਉਹ ਕਿਸੇ ਹੱਦ ਤੱਕ? ਜਿਮ ਵਾਲੀ ਜਿਹੜੀ ਐਕਸਰਸਾਈਜ਼ ਹੈ ਉਹ ਹੈ ਡਿਫਰੈਂਟ ਤਰ੍ਹਾਂ ਦੀ। ਅੱਛਾ, ਇਹ ਹੈ ਥੈਰੇਪਿਊਟਿਕ ਐਕਸਰਸਾਈਜ਼। ਠੀਕ ਹੈ। ਜਿਹੜੀ ਟ੍ਰੀਟਮੈਂਟ ਦੇ ਰਿਲੇਟਡ ਐਕਸਰਸਾਈਜ਼ ਹੋਏਗੀ ਉਹ ਸਾਨੂੰ ਕਰਨੀ ਪੈਂਦੀ ਹੈ ਗੋਡੇ ਦੀ ਦਰਦ ਵਾਸਤੇ। ਗੋਡੇ ਦੀ ਦਰਦ ਲਈ ਹੋਵੇ ਤੁਸੀਂ ਗੋਡੇ ਦੀ ਦਰਦ 'ਚ ਡਾਕਟਰ ਸਾਹਿਬ ਕਿਸ ਤਰ੍ਹਾਂ ਇਲਾਜ ਕਰਦੇ? ਸਰ ਤੁਹਾਨੂੰ ਦੱਸਿਆ ਥੈਰੇਪੀ ਸਾਡੀ ਉਦੋਂ ਹੀ ਰਹਿੰਦੀ ਹੈ, ਉਹਦਾ ਪਾਰਟਿਕੂਲਰ ਪੁਆਇੰਟਸ ਹੀ ਰਹਿੰਦੇ ਨੇ। ਮੋਸਟਲੀ ਅਸੀਂ ਜਿਹੜੇ ਕਾਰਨ ਹੈ ਉਹਨਾਂ ਨੂੰ ਪੇਸ਼ੈਂਟ ਨੂੰ ਇਹ ਕਹੀਦਾ ਵੀ ਜ਼ਿਆਦਾ ਸਟੈਂਡਿੰਗ ਨਾ ਕਰੋ। ਨਹੀਂ, ਖਾਣ ਵਾਲੀ ਕੋਈ ਦਵਾਈ ਨਹੀਂ ਰਿਕਮੈਂਡ ਕਰਦੇ। ਤੁਸੀਂ ਡਾਕਟਰ ਸਾਹਿਬ ਕੁਝ ਰਿਕਮੈਂਡ ਕਰਦੇ ਹੋ ਤੁਸੀਂ? ਇਹ ਕਾਰਟਿਲੇਜ ਵਾਸਤੇ ਜਿਹੜੀ ਗਲੂਕੋਜ਼ਾਮਾਈਨ ਅੱਜਕੱਲ ਮੈਡੀਸਨ ਹੁੰਦੀ ਹੈ, ਠੀਕ ਹੈ, ਉਹ ਆਪਾਂ ਰਿਕਮੈਂਡ ਕਰੀਦੀ ਹੈ, ਜਾਂ ਉਹਨਾਂ ਨੂੰ ਕਹੀਦਾ ਕਿ ਸਪੈਸ਼ਲਿਸਟ ਜਿਹਦਾ ਆਰਥੋਪੈਡਿਕਸ ਹੈ ਉਹਨਾਂ ਨੂੰ ਆਲਰੇਡੀ ਉਹ ਵੈਸੇ ਤਾਂ ਦਿਖਾ ਕੇ ਹੀ ਆਉਂਦੇ ਆ, ਤੇ ਐਕਸਰਸਾਈਜ਼ ਵਾਲਾ ਪਾਰਟ ਨਾਲ ਚੱਲਦਾ ਰਹਿੰਦਾ ਉਹਨਾਂ। ਕੀ ਤੁਹਾਡਾ ਜਿਹੜਾ ਆਰਥੋਪੈਡਿਕ ਜਿਹੜੇ ਹੱਡੀਆਂ ਦੇ ਡਾਕਟਰ ਹੁੰਦੇ ਹਾਂਜੀ ਹਾਂਜੀ, ਉਹਨਾਂ ਦੇ ਨਾਲ ਤੁਹਾਡਾ ਟ੍ਰੀਟਮੈਂਟ ਚੱਲ ਸਕਦਾ ਹੈ? ਬਿਲਕੁਲ ਬਿਲਕੁਲ, ਉਸ ਚੱਲਦੇ ਹੀ ਤਾਲਮੇਲ ਨਾਲ। ਇਹ ਨਹੀਂ ਹੈ ਵੀ ਜੇ ਫਿਜ਼ੀਓਥੈਰੇਪੀ ਕਰਵਾ ਰਹੇ ਆ ਤਾਂ ਮੈਂ ਹੱਡੀਆਂ ਵਾਲੇ ਕੋ ਦਵਾਈ ਨਾ ਖਾਵਾਂ, ਜੇ ਉਹਨਾਂ ਕੋ ਖਾ ਰਹੇ ਤਾਂ ਫਿਜ਼ੀਓਥੈਰੇਪੀ ਦਵਾਈ ਔਰ ਐਕਸਰਸਾਈਜ਼ ਇਕੱਠੀ ਹੀ ਚੱਲਦੀ ਹੈ, ਇਹ ਦੋਵੇਂ ਇਕੱਠੇ ਚੱਲਦੇ ਹੈ। ਤੇ ਰੂਟੀਨ ਦੇ ਵਿੱਚ ਤੁਸੀਂ ਇਹ ਰਿਕਮੈਂਡ ਕਰਦੇ ਹੋ ਜਾਂ ਯੋਗਾ ਦਾ ਬਹੁਤ ਯੋਗਦਾਨ ਹੈ, ਜਾਂ ਕੋਈ ਘਰੇਲੂ ਤੌਰ ਤੇ ਅਸੀਂ ਕੋਈ ਐਕਸਰਸਾਈਜ਼? ਯੋਗਾ ਦਾ ਯੋਗਦਾਨ ਬਹੁਤ ਹੈ, ਅੱਛਾ, ਪਰ ਜਦੋਂ ਪੇਸ਼ੈਂਟ ਬਣ ਜਾਂਦਾ ਕੋਈ, ਉਦੋਂ ਉਹਨੂੰ ਯੋਗਾ ਨਹੀਂ, ਉਦੋਂ ਉਹਨੂੰ ਪਾਰਟਿਕੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ ਨੇ ਬਹੁਤ ਹੀ ਇੰਟਰਸਟਿੰਗ ਗੱਲ ਕੀਤੀ ਹੈ ਵੀ ਜਦੋਂ ਨਾਰਮਲ ਸਰੀਰ ਹੈ ਉਦੋਂ ਤੁਸੀਂ ਯੋਗਾ ਹਰ ਤਰ੍ਹਾਂ ਦਾ ਕਰ ਸਕਦੇ ਹੋ, ਆਪਣੀ ਲਿਮਟ ਤੱਕ, ਜਿੱਥੋਂ ਤੱਕ ਤੁਹਾਡਾ ਸਰੀਰ ਅਲਾਉ ਕਰਦਾ ਹੈ ਉੱਥੋਂ ਤੱਕ ਤੁਸੀਂ ਕਰ ਸਕਦੇ ਹੋ। ਲੇਕਿਨ ਜੇ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ, ਤਕਲੀਫ ਹੈ, ਦਰਦ ਹੈ, ਉਹਦੇ ਵਿੱਚ ਯੋਗਾ ਦੀ ਜਿਹੜੀਆਂ ਐਕਸਰਸਾਈਜ਼, ਜਿਹੜੀਆਂ ਕਸਰਤਾਂ ਆ, ਉਹਨਾਂ ਨੂੰ ਤੁਸੀਂ ਲਿਮਿਟਾਈਜ਼ ਕਰਨਾ ਹੈ, ਯਾਨੀ ਕਿ ਸਿਰਫ ਡਾਕਟਰ ਦੇ ਦੱਸੇ ਮੁਤਾਬਿਕ ਹੀ ਐਕਸਰਸਾਈਜ਼ ਕਰਨੀ ਹੈ। ਸੋ ਜਿਸ ਤਰ੍ਹਾਂ ਅਸੀਂ ਦੋਵਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ, ਇਲਾਜ ਦੀਆਂ ਪੱਧਤੀਆਂ ਅਲੱਗ-ਅਲੱਗ ਨੇ, ਬਿਮਾਰੀ ਚਾਹੇ ਇੱਕੋ ਹੀ ਹੈ, ਲੇਕਿਨ ਹਰ ਇੱਕ ਡਾਕਟਰ ਦਾ ਇੱਕ ਆਪਣਾ ਪ੍ਰਵਿਊ ਉਹਨੂੰ ਠੀਕ ਕਰਨ ਦਾ। ਸੋ ਜਿਸ ਡਾਕਟਰ ਕੋਲੋਂ ਵੀ ਅਸੀਂ ਇਲਾਜ ਕਰਾਉਣਾ, ਇੱਕ ਤੇ ਜਿੰਨਾ ਚਿਰ ਤੱਕ ਉਹ ਫੋਲੋ ਅਪ ਕਹਿੰਦੇ ਨੇ ਸਾਡੇ ਕੋਲ ਤੁਸੀਂ ਪੂਰਾ ਟ੍ਰੀਟਮੈਂਟ ਕਰਾਓ, ਇੱਕ ਤੇ ਉਹ ਤੁਸੀਂ ਉਸ ਤਰ੍ਹਾਂ ਕੰਸਿਸਟੈਂਟ ਰਹਿਣਾ, ਔਰ ਦੂਸਰਾ ਜੋ ਦੱਸੀ ਹੋਈ ਦਵਾਈ ਹੈ ਉਹ ਖਾਣੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਆਪਣੇ ਸਰੀਰ ਦਾ ਬਿਹਤਰ ਤੁਸੀਂ ਖਿਆਲ ਰੱਖਣਾ ਹੈ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਇਨਫੋਰਮੇਟਿਵ ਜਿਹੜੀ ਨੌਲੇਜ ਸੀ ਅੱਜ ਦਰਸ਼ਕਾਂ ਨੂੰ ਦਿੱਤੀ ਹੈ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।